ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਮੈਂ ਹਾਂ ਬਰੁਣ ਕੌਰ ਮਾਨ। ਕਿਸਾਨੀ ਅੰਦੋਲਨ ਅਪਡੇਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਔਰ ਕਿਸਾਨੀ ਅੰਦੋਲਨ ਦੀਆਂ ਜਿਹੜੀਆਂ ਅਪਡੇਟਸ ਨੇ ਅਸੀਂ ਤੁਹਾਡੇ ਨਾਲ ਵੱਖਰੀਆਂ ਉੱਗੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਉਂਦੇ ਹਾਂ। ਇਸ ਅੰਦੋਲਨ ਨੂੰ ਲੈ ਕੇ ਉਹਨਾਂ ਦੇ ਵਿਚਾਰ ਦੇਖਦੇ ਹਾਂ, ਸੁਣਦੇ ਹਾਂ ਔਰ ਤੁਹਾਡੇ ਨਾਲ ਗੱਲਬਾਤ ਉਹਨਾਂ ਸ਼ਖਸੀਅਤਾਂ ਦੀ ਕਰਾਉਂਦੇ ਹਾਂ ਜਿਨ੍ਹਾਂ ਨੇ ਮਤਲਬ ਕਿ ਆਪਣੀ ਫੀਲਡ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੁੰਦੀ ਹੈ। ਤੇ ਅੱਜ ਹੁਣ ਇਸ ਟਾਈਮ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਉਮਿੰਦਰ ਸਿੰਘ ਜੌਲ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਤੇ HOD ਨੇ ਪੰਜਾਬੀ ਡਿਪਾਰਟਮੈਂਟ ਦੇ ਦੁਆਬਾ ਕਾਲਜ ਜਲੰਧਰ ਵਿਖੇ। ਪ੍ਰੋਫੈਸਰ ਉਮਿੰਦਰ ਸਿੰਘ ਜੌਲ ਹੁਣਾਂ ਦਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜੀ। ਉਰਮਿੰਦਰ ਜੌਲ ਸਾਹਿਬ, ਅੱਜ ਪੂਰੇ ਭਾਰਤ ਦੇ ਟੋਲ ਪਲਾਜ਼ਾ ਬੰਦ ਨੇ। ਪੰਜਾਬ ਦੇ ਤਾਂ ਕਾਫੀ ਦਿਨਾਂ ਤੋਂ ਬੰਦ ਰਹੇ ਔਰ ਇੱਥੇ ਧਰਨੇ ਚੱਲਦੇ ਰਹੇ। ਜਦੋਂ ਅੱਜ ਪੂਰੇ ਭਾਰਤ ਦੇ ਵਿੱਚ ਟੋਲ ਪਲਾਜ਼ਾ ਬੰਦ ਹੋਏ, ਕੀ ਇਸ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਚੁੱਪ ਕਰਕੇ ਬੈਠੀ ਹੈ ਉਹਦੇ ਕੰਨਾਂ ਤੇ ਕੋਈ ਮਾੜੀ ਮੋਟੀ ਜੂ ਰੇਂਗੇਗੀ? ਦੇਖੋ, ਲੋਕ ਸੰਘਰਸ਼ ਜਿਹੜੇ ਆ ਉਹ ਲੋਕਾਂ ਦਾ ਅਧਿਕਾਰ ਵੀ ਹੁੰਦੇ ਆ ਤੇ ਸਰਕਾਰਾਂ ਨਾਲ ਡਾਇਲੋਗ ਦਾ ਜਿਹੜਾ ਆ ਉਹ ਰਾਹ ਵੀ ਇਹਨਾਂ ਲੋਕ ਸੰਘਰਸ਼ਾਂ ਕਰਕੇ ਵਧੀਆ ਤਰ੍ਹਾਂ ਖੁੱਲ੍ਹਦਾ ਆ ਔਰ ਖੁੱਲ੍ਹਣਾ ਚਾਹੀਦਾ ਆ ਜੀ। ਔਰ ਲੋਕ ਸੰਘਰਸ਼ਾਂ ਦਾ ਹੀ ਇੱਕ ਕੜੀ ਆ ਤੇ ਇੱਕ ਕਿਸਾਨੀ ਅੰਦੋਲਨ ਜਿਹੜਾ ਆ ਇਹਦੇ 'ਚ ਅੱਜ ਦਾ ਦਿਨ ਟੋਲ ਪਲਾਜ਼ਿਆਂ ਦਾ ਉਹਨਾਂ ਨੇ ਜਿਹੜਾ ਆ ਉਹ ਬੰਦ ਕਰਨ ਦਾ ਜਿਹੜਾ ਆ ਉਹ ਕੜੀ ਇੱਕ ਤਰ੍ਹਾਂ ਨਾਲ ਉਸੇ ਅੰਦੋਲਨ ਦਾ ਅੱਜ ਤੱਕ ਪਹੁੰਚਿਆ ਰੁਝਾਨ ਹੈ ਜੀ। ਪਰੰਤੂ ਮੈਂ ਕਹਿਣਾ ਇਹ ਚਾਹੁੰਦਾ ਵੀ ਇਹ ਟੋਲ ਪਲਾਜ਼ਿਆਂ ਦੀ ਇਸ ਤਰ੍ਹਾਂ ਦੀ ਜਿਹੜੀ ਆ ਬੰਦ ਹੋਣ ਦੀ ਕੜੀ ਦਾ ਸੈਂਟਰ ਤੇ ਅਸਰ ਡੈਫੀਨੇਟਲੀ ਹੋਏਗਾ ਜੀ। ਔਰ ਇਹਦੇ ਨਾਲ ਇੱਕ ਤਰ੍ਹਾਂ ਦਾ ਨਵਾਂ ਜਿਹੜਾ ਆ ਉਹ ਆਰਥਿਕ ਤੌਰ ਤੇ ਜਿਹੜੀ ਹਿੱਟ ਹੁੰਦੀ ਆ ਨੈਸ਼ਨਲ ਜਿਹੜੀ ਆ ਉਹ ਇਕੋਨਮੀ ਨੂੰ, ਉਹ ਸਰਕਾਰ ਦੀ ਚਿੰਤਾ ਦਾ ਵਿਸ਼ਾ ਬਣੇਗੀ ਜੀ। ਔਰ ਸ਼ਾਇਦ ਕਿਸਾਨੀ ਅੰਦੋਲਨ ਨੇ ਵੀ ਇਸ ਆਰਥਿਕ ਹਿੱਟ ਨੂੰ ਹੀ ਜਿਹੜਾ ਆ ਉਹ ਆਧਾਰ ਬਣਾ ਕੇ ਆਪਣੀ ਗੱਲ ਇੱਕ ਹੋਰ ਮਾਧਿਅਮ ਰਾਹੀਂ ਸੈਂਟਰ ਤੱਕ ਪਹੁੰਚਾਉਣ ਦਾ ਜਿਹੜਾ ਆ ਉਹ ਵੇ ਲੱਭਿਆ ਆ ਜੀ। ਪਰੰਤੂ ਇਹ ਸੰਘਰਸ਼ ਦਾ ਇੱਕ ਜਿਹੜਾ ਆ ਉਹ ਕੜੀ ਆ ਔਰ ਇਸ ਨੂੰ ਇੱਕ ਕੜੀ ਵਜੋਂ ਹੀ ਦੇਖਣਾ ਚਾਹੀਦਾ। ਪਰੰਤੂ ਮੈਂ ਸਮਝਦਾ ਇਹ ਹਾਂ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਆ ਇੰਨੇ ਦਿਨ ਹੋ ਗਏ ਨੈਸ਼ਨਲ ਹਾਈਵੇ ਜਿਹੜੇ ਆ ਉਹ ਰੁਕੇ ਹੋਏ ਆ ਔਰ ਇੰਨੇ ਲੋਕ ਜਿਹੜੇ ਆ ਉਹ ਸੜਕਾਂ ਤੇ ਆ ਔਰ ਸੈਂਟਰ ਨੂੰ ਇਸ ਡਾਇਲੋਗ ਨੂੰ ਕਿਸੇ ਨਾ ਕਿਸੇ ਸਿਰੇ ਤੇ ਲਗਾਉਣਾ ਚਾਹੀਦਾ ਸੀ। ਔਰ ਦੋਨਾਂ ਹੀ ਧਿਰਾਂ ਨੂੰ ਜਿਹੜਾ ਆ ਮੈਂ ਇਹ ਵੀ ਸਮਝਦਾ ਆ ਵੀ ਡਾਇਲੋਗ ਕਿਸੇ ਵੀ ਜਿਹੜਾ ਆ ਉਹ ਪੁਆਇੰਟ ਤੇ ਆ ਕੇ ਬੰਦ ਨਹੀਂ ਹੋਣਾ ਚਾਹੀਦਾ ਔਰ ਇਹ ਹੱਲ ਨਿਕਲਣਾ ਚਾਹੀਦਾ ਆ। ਔਰ ਇੱਕ ਜਿਹੜਾ ਆ ਸੰਵੇਦਨਸ਼ੀਲ ਵਿਅਕਤੀ ਜਿਹੜਾ ਵੀ ਜਿਹੜਾ ਇਸ ਦੁਨੀਆ ਤੇ ਜਿਉਣਾ ਚਾਹੁੰਦਾ ਸ਼ਾਂਤੀ ਨਾਲ, ਉਹਨੂੰ ਲੱਗਦਾ ਵੀ ਕਿਸੇ ਦਾ ਹੱਕ ਵੀ ਨਾ ਮਰੇ ਔਰ ਸਰਕਾਰਾਂ ਆਪਣੇ ਵੇ ਤੋਂ ਲੋਕ ਵੇ ਤੱਕ ਆਉਂਦਿਆਂ ਤੇ ਲੋਕ ਸਰਕਾਰਾਂ ਦੇ ਵੇ ਨੂੰ ਸਮਝਦੇ ਹੋਏ ਜਿਹੜਾ ਆ ਉਹ ਜ਼ਿੰਦਗੀ ਨੂੰ ਬਿਹਤਰ ਲੀਹਾਂ ਤੇ ਲਿਜਾ ਸਕਦੇ ਆ ਜੀ। ਮਤਲਬ ਇੰਨੇ ਦਿਨਾਂ ਤੋਂ ਅਸੀਂ ਅੰਦੋਲਨ ਕਰ ਰਹੇ ਹਾਂ, ਕਿਸਾਨੀ ਸੰਘਰਸ਼ ਆਪਣੇ ਸਿਖਰਾਂ ਤੇ ਪਹੁੰਚਦਾ ਹੋਇਆ ਅੱਜ ਇੱਕ ਵੱਖਰਾ ਜਿਹਾ ਰੂਪ ਲੈ ਚੁੱਕਾ ਹੈ ਤੇ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀ ਇਸ ਜਿਹੜੇ 3 ਕਾਨੂੰਨ ਨੇ ਉਹਨਾਂ ਦੇ ਹੱਕ ਵਿੱਚ ਬੋਲ ਰਹੇ ਨੇ। ਦੇਖੋ, ਇਸ ਤਰ੍ਹਾਂ ਆ ਵੀ ਸਰਕਾਰਾਂ ਦੀਆਂ ਪਾਲਿਸੀਆਂ ਜਿਹੜੀਆਂ ਆ ਉਹ ਸਰਕਾਰਾਂ ਦਾ ਪੁਆਇੰਟ ਆਫ ਵਿਊ ਹੁੰਦੀਆਂ ਆ ਜੀ। ਪਰੰਤੂ ਜਦੋਂ ਇਤਿਹਾਸ ਗਵਾਹ ਆ ਇਸ ਗੱਲ ਦਾ, ਜਦੋਂ ਇਹ ਪੁਆਇੰਟ ਆਫ ਵਿਊ ਲੋਕ ਹਿੱਤ ਤੋਂ ਪਰੇ ਹਟਿਆ ਆ ਉਦੋਂ ਲੋਕ ਜਿਹੜੇ ਆ ਉਹ ਸੰਘਰਸ਼ ਵੱਲ ਨੂੰ ਵਧੇ ਆ ਔਰ ਇਹ ਕਿਸਾਨੀ ਅੰਦੋਲਨ ਦੀ ਜਿਹੜੀ ਰੂਹ ਆ ਉਹਨੂੰ ਸਮਝਣ ਦੀ ਲੋੜ ਹੈ ਵੀ ਉਸ ਮਾਨਸਿਕਤਾ ਦੇ ਵਿਰੋਧ ਵਿੱਚ ਹੈ ਜਿਹੜੀ ਮਾਨਸਿਕਤਾ ਸੈਂਟਰ ਗੌਰਮੈਂਟ ਦਿਖਾ ਰਹੀ ਆ ਔਰ ਅੜੀਅਲ ਹੋਣਾ ਹੀ ਨਹੀਂ, ਕਾਨੂੰਨਾਂ ਦੀ ਨੇਚਰ ਵੀ ਜੇ ਤੁਸੀਂ ਦੇਖੋ ਵੀ ਉਹਦੇ ਵਿੱਚ ਤੁਹਾਡੇ ਬੇਸਿਕ ਮੌਲਿਕ ਅਧਿਕਾਰ ਹੀ ਜਿਹੜੇ ਆ ਜੇ ਉਹ ਚੁਣੌਤੀ ਉਹਨਾਂ ਅਧਿਕਾਰਾਂ ਨੂੰ ਹੀ ਮਿਲ ਰਹੀ ਹੋਵੇ ਤਾਂ ਫਿਰ ਹਰ ਬੰਦਾ ਹੀ ਜਿਹੜਾ ਆ ਉਹ ਇਹ ਸਮਝੇਗਾ ਵੀ ਇਹਨਾਂ ਨੂੰ ਰੀਥਿੰਕ ਕਰਨ ਦੀ ਲੋੜ ਹੈ। ਤੇ ਜੇ ਤੁਹਾਨੂੰ ਜਿਹੜਾ ਆ ਉਹ ਕਾਨੂੰਨੀ ਤੌਰ ਤੇ ਆਪਣੇ ਹੱਕ ਲਈ ਜਿਹੜਾ ਆ ਉਹ ਅਦਾਲਤਾਂ ਦਾ ਰਾਹ ਹੀ ਬੰਦ ਹੁੰਦਾ ਦਿਖਾਈ ਦੇਵੇ ਤਾਂ ਮੇਰਾ ਨਹੀਂ ਖਿਆਲ ਦੁਨੀਆ ਦਾ ਕੋਈ ਵੀ ਫਲਸਫਾ ਇਸ ਗੱਲ ਨੂੰ, ਕੋਈ ਵੀ ਥਾਟ ਇਸ ਗੱਲ ਨੂੰ ਜਿਹੜਾ ਆ ਉਹ ਠੀਕ ਸਮਝੇਗਾ।
ਜੀ ਔਰ ਕਿਸੇ ਵੀ ਮੰਚ ਤੇ ਇਹ ਗੱਲ ਡਿਸਕਸ ਹੋਵੇ ਵੀ ਅਦਾਲਤ ਦਾ ਰਾਹ ਹੀ ਬੰਦ ਹੈ, ਤੁਸੀਂ ਸਿਰਫ ਐਡਮਿਨਿਸਟ੍ਰੇਸ਼ਨ ਦੀ ਪਹਿਲੀ ਪੌੜੀ ਜਿਹੜੀ ਆ ਉਹ ਤਹਿਸੀਲਦਾਰ ਤੱਕ ਹੀ ਆਪਣੀ ਗੱਲ ਕਰ ਸਕਦੇ ਆ, ਕੋਰਟ ਦਾ ਤੁਸੀਂ ਆਪਣਾ ਹੱਕ ਮੰਗਣ ਜਾ ਹੀ ਨਹੀਂ ਸਕਦੇ ਕੋਰਟ ਦੇ। ਇਸ ਤਰ੍ਹਾਂ ਦੀਆਂ ਗੱਲਾਂ ਥੋੜ੍ਹੀਆਂ ਹੈਰਾਨ ਕਰਨ ਵਾਲੀਆਂ ਆ ਵੀ ਕਾਨੂੰਨ ਬਣਾਉਣ ਵਾਲੇ ਜਿਹੜੇ ਆ ਉਹਨਾਂ ਨੇ ਇਸ ਕਾਨੂੰਨ ਨੂੰ ਜਿਹੜਾ ਆ ਉਹ ਕਿਸ ਤਰ੍ਹਾਂ ਡਰਾਫਟ ਕੀਤਾ ਜੀ ਔਰ ਅੰਡਰਸਟੂਡ ਹੈ ਵੀ ਇਹ ਕਿਹਨਾਂ ਲੋਕਾਂ ਦੇ ਹਿੱਤ ਵਿੱਚ ਹੈ ਔਰ ਆਮ ਲੋਕਾਂ ਦੇ ਤਾਂ ਵਿਰੋਧ ਵਿੱਚ ਹੈ। ਇਹਦੇ ਨਕਸ਼ ਇਸ ਤਰ੍ਹਾਂ ਦਿਖਾਈ ਦਿੰਦੇ ਆ ਵੀ ਜਿਹੜੀ ਮਰਜ਼ੀ ਤੁਸੀਂ ਕਾਨੂੰਨ ਦੀ ਪੜਤ ਚੁੱਕ ਲਓ, ਜਿਹੜਾ ਮਰਜ਼ੀ ਪੱਖ ਇਹਦਾ ਚੁੱਕ ਲਓ, ਇਹ ਲੋਕ ਹਿੱਤ ਵਿੱਚ ਦਿਖਾਈ ਨਹੀਂ ਦੇ ਰਿਹਾ। ਔਰ ਜਿੰਨੀ ਅਸੀਂ ਵੀ ਸਟੱਡੀ ਕੀਤੀ ਆ ਜਾਂ ਜਿੰਨਾ ਜਿਹੜਾ ਆ ਉਹ ਇਕਨੋਮਿਕ ਜਿਹੜੇ ਆ ਉਹ ਮਾਹਰ ਵੀ ਇਹਦੇ ਬਾਰੇ ਬੋਲ ਰਹੇ ਆ ਔਰ ਉਹ ਸਾਰੇ ਦੇ ਸਾਰੇ ਇਸ ਪੁਆਇੰਟ ਤੱਕ ਤਾਂ ਪਹੁੰਚੇ ਹੋਏ ਆ ਵੀ ਇਹ ਲੋਕ ਹਿੱਤ ਕਿਸਾਨੀ ਹਿੱਤ ਦੀ ਗੱਲ ਤਾਂ ਬਿਲਕੁਲ ਨਹੀਂ ਗੀ, ਪਰੰਤੂ ਜਿਨ੍ਹਾਂ ਲੋਕਾਂ ਦੇ ਹਿੱਤ ਦੀ ਗੱਲ ਹੈ ਉਹ ਸਰਕਾਰਾਂ ਕਿਉਂ ਇਸ ਤਰ੍ਹਾਂ ਕਰ ਰਹੀਆਂ ਆ ਇਹਦੇ ਬਾਰੇ ਵੀ ਕੋਈ ਬਹੁਤਾ ਓਲੇ ਵਾਲੀਆਂ ਗੱਲਾਂ ਹੈ ਨਹੀਂ ਗੀਆਂ। ਇਸ ਲਈ ਹਾਲਾਤ ਅੱਛੇ ਹੋਣੇ ਚਾਹੀਦੇ ਆ। ਲੋਕਾਂ ਦੀ ਗੱਲ, ਕਿਸਾਨਾਂ ਦੇ ਅੰਦੋਲਨ ਦੀ ਗੱਲ, ਕਿਸਾਨਾਂ ਦੀ ਗੱਲ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਆ, ਪਰੰਤੂ ਫਿਰ ਵੀ ਡਾਇਲੋਗ ਚੱਲ ਰਿਹਾ ਆ। ਮੀਟਿੰਗਾਂ ਕਿੰਨੀਆਂ ਹੋ ਚੁੱਕੀਆਂ ਔਰ ਆਸ ਕਰਦੇ ਹਾਂ ਵੀ ਇਹ ਮੀਟਿੰਗਾਂ ਜਿਹੜੀਆਂ ਆ ਉਹ ਕਿਸੇ ਨਾ ਕਿਸੇ ਸਿਰੇ ਤੱਕ ਪਹੁੰਚਣਗੀਆਂ ਔਰ ਕਿਸਾਨੀ ਅੰਦੋਲਨ ਕਿਸਾਨੀ ਦੀ ਸੁੱਚਤਾ ਨੂੰ ਸਮਝਦਾ ਹੋਇਆ ਇਹ ਸਾਰਾ ਵਾਤਾਵਰਣ ਮੁੜ ਕੇ ਪੋਜ਼ਿਟਿਵ ਹੋਏਗਾ। ਜੀ ਜੌਲ ਸਾਹਿਬ, ਇਹ ਇਦਾਂ ਨਹੀਂ ਲੱਗਦਾ ਕਿ ਜਿਹੜੀਆਂ ਮੀਟਿੰਗਾਂ ਨੇ ਕਿਸੇ ਸਿੱਟੇ ਤੇ ਪਹੁੰਚਣ ਦੀ ਜਗ੍ਹਾ ਮੀਟਿੰਗਾਂ ਦੇ ਨੰਬਰਾਂ ਦੀ ਤਾਦਾਦ ਵਧਾਉਣ ਲਈ ਕੀਤੀਆਂ ਜਾ ਰਹੀਆਂ ਕਿ ਸਿਰਫ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਕਿ ਅਸੀਂ ਇੰਨੀਆਂ ਮੀਟਿੰਗਾਂ ਕਰ ਦਿੱਤੀਆਂ, ਅਸੀਂ ਇੰਨੀਆਂ ਮੀਟਿੰਗਾਂ ਕਰ ਦਿੱਤੀਆਂ? ਨਹੀਂ, ਇਸ ਤਰ੍ਹਾਂ ਨਹੀਂ ਗਾ। ਅਸਲ 'ਚ ਦੋਨਾਂ ਦੀ ਪੋਜੀਸ਼ਨ ਨੂੰ ਜਿਹੜਾ ਮੀਟਿੰਗਾਂ ਦੀ ਗਿਣਤੀ ਨਾਲ ਨਹੀਂ ਅਸੀਂ ਸਮਝ ਸਕਦੇ, ਦੋਨਾਂ ਦੇ ਸਟੈਂਡ ਨਾਲ ਹੀ ਸਮਝਣਾ ਪਏਗਾ। ਮੀਟਿੰਗਾਂ ਇਹਦੇ 'ਚ ਗਿਣਤੀ ਜਿੰਨੀ ਮਰਜ਼ੀ ਹੋ ਜਾਏ, ਪਰੰਤੂ ਦੋਨੇ ਤਰ੍ਹਾਂ ਸਟੈਂਡ ਛੱਡਣ ਲਈ ਜਿਹੜੀਆਂ ਉਹ ਤਿਆਰ ਨਹੀਂ ਗੀਆਂ। ਦੋਨਾਂ ਦੇ ਹਿੱਤ ਕਲੈਸ਼ ਕੀਤੇ ਹੋਏ ਆ ਔਰ ਹਿੱਤਾਂ ਦਾ ਟਕਰਾਓ ਜਿਹੜਾ ਆ, ਸਰਕਾਰ ਤੇ ਹਿੱਤ ਜਿਹੜੇ ਆ ਉਹ ਕਿਸ ਤਰ੍ਹਾਂ ਜਿਹੜੇ ਆ ਉਹ ਪੂੰਜੀ ਵਾਲਿਆਂ ਵੱਲ ਭੁਗਤ ਰਹੇ ਆ, ਇਹ ਕਿਸਾਨਾਂ ਦਾ ਦਾਅਵਾ ਆ ਵੀ ਇਹ ਕਾਨੂੰਨ ਅਸਲ ਵਿੱਚ ਵੱਡੇ ਜਿਹੜਾ ਆ ਉਹ ਪੂੰਜੀਪਤੀਆਂ ਦਾ ਹਿੱਤ ਪੂਰਨ ਲਈ ਬਣਾਏ ਗਏ ਆ ਔਰ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਡੀ ਬਿਹਤਰੀ ਲਈ ਬਣਾਏ ਆ। ਔਰ ਬਿਹਤਰੀ ਜਿਹੜੀ ਆ ਜਦੋਂ ਡਿਮਾਂਡ ਨਹੀਂ ਕਦੇ ਕਿਸੇ ਨੇ ਕੀਤੀ, ਕਿਸੇ ਕਿਸਾਨ ਜਥੇਬੰਦੀ ਨੇ ਇਹ ਡਿਮਾਂਡ ਨਹੀਂ ਕੀਤੀ ਵੀ ਸਾਨੂੰ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਹਦੇ 'ਚ ਮੰਡੀਆਂ ਹੀ ਜਿਹੜੀਆਂ ਉਹ ਰਿਸਕ ਵਿੱਚ ਪੈ ਜਾਣ, ਜਿਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਰਿਸਕ ਵਿੱਚ ਪੈ ਜਾਵੇ। ਸਰਕਾਰ ਨੇ ਜਿਹੜਾ ਆ ਉਹ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਆ ਉਹ ਦੇਣਾ ਹੀ ਨਹੀਂ ਗਾ। ਇਹ ਗੱਲਾਂ ਕਦੇ ਵੀ ਕਿਤੇ ਨਹੀਂ ਹੋਈਆਂ। ਜਿਨ੍ਹਾਂ ਸਟੇਟਸ ਵਿੱਚ ਹੋਈਆਂ ਉਹਨਾਂ ਵਿੱਚ ਕਿਸਾਨੀ ਦਾ ਹਾਲ ਤੁਸੀਂ ਦੇਖ ਲਓ। ਯਾਨੀ ਕਿਹੜੀਆਂ ਕਮੇਟੀਆਂ ਆ ਉਹ ਇਕਨੋਮਿਕ ਸਰਵੇ ਦੀਆਂ ਜਾਂ ਕਿਸਾਨੀ ਦੇ ਜਿਹੜਾ ਆ ਐਗਰੀਕਲਚਰ ਸਰਵੇ ਦੀਆਂ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਉਹ ਲਾਜ਼ ਨੂੰ ਜਿਹੜਾ ਆ ਉਹ ਸੁਜੈਸਟ ਕੀਤਾ, ਉਹ ਸਾਹਮਣੇ ਤਾਂ ਆਉਣੇ ਚਾਹੀਦੇ ਆ ਨਾ। ਕੋਈ ਵੀ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਜਾਂ ਐਨਾਲਿਸਟਿਕ ਬੋਡੀ ਜਿਹੜੀ ਆ ਜਿਹਨੇ ਐਨਾਲਾਈਜ਼ ਕੀਤਾ ਹੋਵੇ ਵੀ ਬਿਹਾਰ ਹੈ ਸਾਡੇ ਕੋਲ ਜਾਂ ਹੋਰ ਤਰ੍ਹਾਂ ਇਸ ਤਰ੍ਹਾਂ ਦੀਆਂ ਸਟੇਟਸ ਹੈ ਜਿੱਥੇ ਇਹ ਮਿਨੀਮਮ ਸਪੋਰਟ ਪ੍ਰਾਈਸ ਖਤਮ ਹੋਏ ਆ ਜਾਂ ਮੰਡੀਆਂ ਦਾ ਜਿਹੜਾ ਆ ਉਹ ਸਰਕਾਰਾਂ ਨੇ ਖਹਿੜਾ ਛੱਡ ਦਿੱਤਾ, ਉੱਥੇ ਕਿਸਾਨੀ ਦਾ ਹਾਲ ਕੀ ਹੋਇਆ ਸਾਨੂੰ ਇਹ ਦੇਖਣਾ ਪਏਗਾ ਨਾ। ਜੇ ਅਸੀਂ ਉਹੀ ਹਾਲ ਬਿਹਾਰ ਵਾਲਾ ਹਾਲ ਜਾਂ ਯੂਪੀ ਵਾਲਾ ਹਾਲ ਜਾਂ ਕਿਤੇ ਵੀ ਹੋਰ ਇੱਦਾਂ ਦੇ ਹਾਲਾਤ ਨੂੰ ਪੰਜਾਬ ਤੇ ਲਾਗੂ ਕਰਨਾ ਚਾਹੁੰਦੇ ਆ ਤਾਂ ਇਹਦਾ ਅਰਥ ਸਪਸ਼ਟ ਹੈ ਵੀ ਅਸੀਂ ਇਸ ਕਿਸਾਨੀ ਦੇ ਜਿਹੜਾ ਆ ਉਹ ਰੂਪ ਤੋਂ, ਇਸ ਕਿਸਾਨੀ ਦੇ ਜਿਹੜਾ ਆ ਉਹ ਮਾਦੇ ਤੋਂ ਜਾਂ ਕਿਸਾਨੀ ਦੀ ਇਸ ਤਰ੍ਹਾਂ ਦੇ ਜਿਹੜਾ ਆ ਉਹ ਪ੍ਰੋਡਕਸ਼ਨ ਤੋਂ ਖਹਿੜਾ ਛਡਵਾਉਣਾ ਚਾਹੁੰਦੇ ਆ। ਅਸੀਂ ਕਿਸਾਨਾਂ ਨੂੰ ਕਿਸੇ ਹੋਰ ਦੇ ਹਵਾਲੇ ਕਰਨਾ ਚਾਹੁੰਦੇ ਆ। ਇਸ ਤਰ੍ਹਾਂ ਦੀ ਜਿਹੜੀ ਆ ਮਨਸ਼ਾ ਸੁਸਾਇਟੀ ਵਿੱਚ ਸਰਕਾਰ ਦੀ ਲੋਕ ਜਿਹੜੇ ਆ ਸਮਝ ਰਹੇ ਆ ਜਾਂ ਵਿਦਵਾਨ ਵੀ ਸਮਝ ਰਹੇ ਆ। ਇਸ ਲਈ ਸਰਕਾਰ ਨੂੰ ਰੀਥਿੰਕ ਕਰਨਾ ਚਾਹੀਦਾ ਕਿ ਸਰਕਾਰ ਲੋਕਾਂ ਲਈ, ਲੋਕਾਂ ਦੁਆਰਾ ਹੁੰਦੀ ਆ ਔਰ ਜੇ ਲੋਕ ਹੀ ਖੁਸ਼ ਨਹੀਂ ਤੁਹਾਡੇ ਕਿਸੇ ਫੈਸਲੇ ਤੋਂ ਤੇ ਫਿਰ ਰੀਥਿੰਕ ਕਰਨ 'ਚ ਕੋਈ ਟੇਢੀਆਂ ਗੱਲਾਂ ਨਹੀਂ ਹੁੰਦੀਆਂ। ਔਰ ਲੋਕਾਂ ਲਈ ਤੁਸੀਂ ਜੇ ਕਾਨੂੰਨ ਬਣਾ ਰਹੇ ਆ, ਲੋਕ ਹੀ ਖੁਸ਼ ਨਹੀਂ ਗੇ ਤਾਂ ਫਿਰ ਨਾ ਤੁਹਾਨੂੰ ਕਿਸੇ ਨੇ ਕਿਹਾ ਆ ਤੇ ਫਿਰ ਆਪਾਂ ਕਿਉਂ ਬਣਾ ਰਹੇ ਆ। ਇਸ ਲਈ ਕਿਸਾਨੀ ਸੰਘਰਸ਼ ਦੀ ਸੁੱਚਤਾ ਜਿਹੜੀ ਆ ਔਰ ਇਹਨੂੰ ਸਮਝਣ ਦੀ ਲੋੜ ਹੈ ਵੀ ਲੋਕ ਇੱਕ ਮੁੱਦੇ ਤੇ ਇੰਨੀ ਕੰਸਨਟ੍ਰੇਸ਼ਨ ਨਾਲ, ਠੀਕ ਹੈ, ਔਰ ਸ਼ਾਂਤੀ ਦੇ ਤਰੀਕੇ ਨਾਲ, ਸ਼ਾਂਤੀ ਤੇ ਚੱਲ ਕੇ ਇੰਨੀ ਕੰਸਨਟ੍ਰੇਸ਼ਨ ਨਾਲ ਉਹ ਆਪਣੇ ਇਸ ਮੁੱਦੇ ਤੇ ਜਿਹੜੇ ਆ ਉਹ ਡਟੇ ਹੋਏ ਆ।
ਇਹ ਵੈਸੇ ਦੁਨੀਆ ਭਰ ਦਾ ਬਹੁਤ ਵੱਡਾ ਸੰਘਰਸ਼ ਬਣਿਆ ਆ। ਔਰ ਦੁਨੀਆ ਭਰ 'ਚ ਜਿਸ ਜਿਹੜਾ ਆ ਉਹ ਲੁਕਾਈ ਬਾਰੇ ਇਹ ਕਿਹਾ ਜਾ ਰਿਹਾ ਸੀ ਵੀ ਇਹ ਹੁਣ ਨਸ਼ਿਆਂ ਵੱਲ ਨੂੰ ਚਲੇ ਗਏ ਆ, ਇਹ ਹੁਣ ਥੋੜ੍ਹ ਚਿਰੀਆਂ ਖੁਸ਼ੀਆਂ ਵੱਲ ਨੂੰ ਚਲੇ ਗਏ ਆ। ਔਰ ਇਸ ਸੰਘਰਸ਼ ਨੇ ਉਸ ਤਰ੍ਹਾਂ ਦੀ ਸੋਚ ਨੂੰ ਵੀ ਇੱਕ ਜਿਹੜਾ ਆ ਉਹ ਜਵਾਬ ਦਿੱਤਾ ਵੀ ਨਹੀਂ, ਜੇ ਮੌਕਾ ਆਏਗਾ ਤੇ ਇਹ ਲੋਕ ਆਪਣੇ ਹੱਕਾਂ ਲਈ, ਆਪਣੀ ਠੀਕ ਗੱਲ ਲਈ ਖੜ ਸਕਦੇ ਆ, ਅੜ ਸਕਦੇ ਆ। ਔਰ ਅਗਲੀ ਗੱਲ, ਮੈਂ ਸਵੇਰੇ ਇੱਕ ਬਹੁਤ ਸੋਹਣਾ ਵਿਚਾਰ ਸੁਣ ਰਿਹਾ ਸੀਗਾ, ਉਹ ਕਹਿੰਦਾ ਵੀ ਇਹ ਪਹਿਲਾ ਸੰਘਰਸ਼ ਹੈ ਜਿਹੜਾ ਸ਼ਾਂਤੀਪੂਰਨ ਤਰੀਕੇ ਨਾਲ ਇੰਨੀ ਵੱਡੀ ਪੱਧਰ ਤੇ ਜਿਹੜਾ ਆ ਉਹ ਸਾਹਮਣੇ ਆ ਰਿਹਾ, ਵੀ ਇੱਕ ਵੀ ਹਿੰਸਕ ਘਟਨਾ ਨਾ ਹੋਈ ਹੋਵੇ ਔਰ ਏਦਾਂ ਇੰਨੇ ਦਿਨ ਸੰਘਰਸ਼ ਚੱਲਿਆ ਹੋਵੇ। ਇਹ ਸ਼ਾਇਦ ਦੁਨੀਆ ਦਾ ਇੱਕ ਤਰ੍ਹਾਂ ਦਾ ਵੱਖਰਾ ਈਡੀਅਮ ਕ੍ਰੀਏਟ ਹੋਇਆ ਆ। ਔਰ ਇਸ ਤਰ੍ਹਾਂ ਦੇ ਸੰਘਰਸ਼ ਦੇ ਈਡੀਅਮ ਨੂੰ ਜੇ ਮਾਡਰਨ ਲਾਈਫ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਸਮਝੀਏ ਤਾਂ ਮੇਰਾ ਖਿਆਲ ਹੈ ਵੀ ਇਸ ਸੰਘਰਸ਼ ਨੇ ਅਸਲ 'ਚ ਇਸੇ ਲਈ ਇੰਨੇ ਮੁਲਕਾਂ ਦੇ ਜਿਹੜੇ ਆ ਉਹ ਰਾਸ਼ਟਰਪਤੀਆਂ ਨੂੰ, ਪ੍ਰਧਾਨ ਮੰਤਰੀਆਂ ਨੂੰ ਪ੍ਰਭਾਵਿਤ ਕੀਤਾ। ਸੰਸਦਾਂ ਵਿੱਚ, ਹੋਰ ਮੁਲਕਾਂ ਦੀਆਂ ਸੰਸਦਾਂ 'ਚ ਜਿਹੜੇ ਆ ਸੰਸਦ ਜਿਹੜੇ ਆ ਪਾਰਲੀਮੈਂਟ ਆ ਉਹਨਾਂ ਵਿੱਚ ਜਿਹੜੇ ਆ ਉਹ ਮਤੇ ਪਾਸ ਹੋਏ, ਠੀਕ ਹੈ। ਔਰ ਅਸੀਂ ਜਿਹੜੀ ਇੱਥੇ ਡਿਮਾਂਡ ਕਿਸਾਨ ਕਰ ਰਹੇ ਆ ਵੀ ਇੱਥੇ ਮਤਾ ਪਾਸ ਹੋਵੇ, ਇੱਥੇ ਸੰਸਦ 'ਚ ਬਹਿਸ ਹੋਵੇ, ਇੱਥੇ ਉਹ ਬਹਿਸ ਨਹੀਂ ਸੰਭਵ ਹੋ ਰਹੀ, ਠੀਕ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਆ ਵੀ ਜਿਨ੍ਹਾਂ ਦਾ ਮੁੱਦਾ ਆ, ਜਿਸ ਮੁਲਕ ਦਾ ਮੁੱਦਾ ਆ, ਉੱਥੇ ਸਾਡੀ ਸਭ ਤੋਂ ਵੱਡੀ ਜਿਹੜੀ ਆ ਉਹ ਸੰਸਦ, ਪਵਿੱਤਰ ਸੰਸਦ ਹੈ, ਉੱਥੇ ਇਹ ਮੁੱਦਾ ਡਿਸਕਸ਼ਨ ਦਾ ਹਿੱਸਾ ਨਹੀਂ ਬਣ ਰਿਹਾ। ਦੁਨੀਆ ਭਰ ਦੀਆਂ ਸੰਸਦ ਜਿਹੜੀਆਂ ਉੱਥੇ ਇਹ ਮੁੱਦਾ ਚਰਚਾ ਦਾ ਜਿਹੜਾ ਆ ਉਹ ਕੇਂਦਰ ਬਣਿਆ ਹੋਇਆ। ਇਸ ਲਈ ਮੈਂ ਜਾਨੀ ਇੱਥੇ ਕਹਿਣਾ ਇਹ ਚਾਹੁੰਦਾ ਵੀ ਸੰਘਰਸ਼, ਹਿੱਤਾਂ ਲਈ ਸੰਘਰਸ਼ ਜਾਂ ਕਿਤੇ ਵੀ ਕੋਈ ਡਾਇਲੋਗ ਜਿਹੜਾ ਆ ਉਹ ਨਹੀਂ ਸਿਰੇ ਲੱਗ ਰਿਹਾ। ਸੰਘਰਸ਼ ਇੱਕ ਡੈਮੋਕ੍ਰੈਟਿਕ ਰਾਈਟ ਹੈ, ਉਹਨੂੰ ਨਿਭਾਇਆ ਜਾ ਰਿਹਾ ਔਰ ਅੱਛੀ ਚੀਜ਼ ਔਰ ਖੁਸ਼ੀ ਦੀ ਗੱਲ ਹੈ ਵੀ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਗੱਲ ਲੋਕ ਰੱਖ ਰਹੇ ਆ ਔਰ ਇਕਜੁੱਟਤਾ ਵਿੱਚ ਰੱਖ ਰਹੇ ਆ। ਅਮਿੰਦਰ ਜੌਲ ਜੀ, ਤੁਸੀਂ ਇੱਕ ਸਾਹਿਤਕਾਰ ਹੋ, ਇੱਕ ਲੇਖਕ ਹੋ ਔਰ ਇੱਕ ਸਾਹਿਤਕਾਰ ਦੇ ਤੌਰ 'ਤੇ ਤੁਸੀਂ ਮਤਲਬ ਕਿ ਕਾਫੀ ਕੁਝ ਦੇਖਿਆ, ਹੰਢਾਇਆ, ਕੁਝ ਲਿਖਿਆ, ਵਿਚਾਰ ਆਏ ਔਰ ਉਹਨਾਂ ਨੂੰ ਕਲਮਬੱਧ ਕੀਤਾ। ਅਤੇ ਜਿਹੜਾ ਸਾਹਿਤ ਹੈ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਤੁਹਾਡੇ ਇਤਿਹਾਸ ਨੂੰ ਸੰਭਾਲ ਕੇ ਰੱਖਦਾ ਹੈ। ਅਤੇ ਜਿਸ ਤਰੀਕੇ ਦੇ ਨਾਲ ਸਾਰਾ ਮਤਲਬ ਕਿ ਉਚੇਚਾ ਸਾਹਿਤ ਜਗਤ ਹੈ ਇਸ ਦੇ ਵਿੱਚ ਸ਼ਮੂਲੀਅਤ ਦੇ ਰਿਹਾ, ਉਸ ਚੀਜ਼ ਦਾ ਕਿੰਨਾ ਪ੍ਰਭਾਵ ਪਏਗਾ ਕਿਸਾਨੀ ਅੰਦੋਲਨ 'ਚ? ਦੇਖੋ, ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਕਿਸਾਨੀ ਅੰਦੋਲਨ ਜਿਹੜਾ ਆ ਨਾ ਉਹ ਹੌਲੀ ਜਿਹੜੀ ਗੱਲ ਪਹਿਲੇ ਸਮੇਂ 'ਚ ਨਹੀਂ ਸੀ ਆ ਰਹੀ ਸਾਹਮਣੇ ਔਰ ਉਹ ਆ ਪਿਛਲੇ 20-25 ਦਿਨਾਂ 'ਚ ਜ਼ਰੂਰ ਆਈ ਆ। ਤੇ ਕਿਸਾਨੀ ਅੰਦੋਲਨ ਅਸਲ 'ਚ ਕਿਸਾਨੀ ਅੰਦੋਲਨ ਹੁੰਦਾ ਨਹੀਂਗਾ, ਹੈ ਨਹੀਂਗਾ। ਅਸਲ 'ਚ ਇਹ ਲੋਕ ਅੰਦੋਲਨ ਹੈ ਔਰ ਕਿਸਾਨ ਦੀ ਕੋਈ ਵੀ ਪ੍ਰੋਡਕਟ ਹੈ ਉਹਦਾ ਸੁਸਾਇਟੀ ਨਾਲ ਕੀ ਨਾਤਾ ਆ। ਜਦੋਂ ਇਹ ਗੱਲ ਲੋਕਾਂ ਨੂੰ ਸਮਝ ਲੱਗੇਗੀ ਉਦੋਂ ਇਹ ਕਿਸਾਨੀ ਅੰਦੋਲਨ ਨਾਲ ਰਹਿ ਕੇ ਵਰੁਣ ਜੀ ਇਹ ਲੋਕ ਅੰਦੋਲਨ ਬਣ ਜਾਏਗਾ। ਜੇ ਇੱਕ ਕਣਕ ਦੀ ਪ੍ਰਾਈਸ ਜਿਹੜੀ ਆ ਉਹ 16 ਰੁਪਏ ਦੀ ਬਜਾਏ 160 ਰੁਪਏ ਨੂੰ ਕੱਲ ਨੂੰ ਸਾਨੂੰ ਉਹੀ ਕਣਕ ਲੈਣੀ ਪੈਂਦੀ ਆ ਤੇ ਉਸ ਦਾ ਫਿਰ ਕੀ ਅਸਰ ਹੋਣਾ ਆ ਤੁਹਾਡੀ ਰੋਟੀ ਤੇ। ਜਿਸ ਬੰਦੇ ਨੂੰ ਅੱਜ ਰੋਟੀ ਉਹ ਖਾਂਦਾ, ਜਿਸ ਬੰਦੇ ਨੂੰ ਇਹ ਨਹੀਂ ਪਤਾ ਵੀ ਉਹ ਕਣਕ ਦੀ ਬਣਦੀ ਹੈ ਤੇ ਕਣਕ ਆਉਂਦੀ ਕਿੱਥੋਂ ਆ, ਇਹ ਕਿਸਾਨ ਹੁੰਦਾ ਕੀ ਆ, ਠੀਕ ਹੈ। ਹਿੰਦੁਸਤਾਨ ਦੀ ਜੇ ਏਦਾਂ ਦੀ ਆਬਾਦੀ ਨਵੀਂ ਪੈਦਾ ਹੋ ਰਹੀ ਆ ਤੇ ਉਹਨੂੰ ਹੌਲੀ ਜਦੋਂ ਪਤਾ ਲੱਗੇਗਾ ਵੀ 60 ਰੁਪਏ 16 ਰੁਪਏ ਨੂੰ ਕਣਕ ਲੈ ਕੇ 16 ਰੁਪਏ ਕਿਲੋ ਨੂੰ ਜਾਂ 1600 ਨੂੰ ਕੁਇੰਟਲ ਲੈ ਕੇ ਫਿਰ 160 ਰੁਪਏ ਨੂੰ ਉਹ ਕਿਲੋ ਕਣਕ ਖਰੀਦੇ ਜਾਂ ਖਰੀਦਣੀ ਪਏ ਉਹਨੂੰ ਕੱਲ ਨੂੰ, ਫਿਰ ਉਹਨੂੰ ਇਹ ਸਮਝ ਲੱਗੇਗਾ ਵੀ ਇਹ ਕਿਸਾਨ ਅਸਲ 'ਚ ਸੱਚੀ ਲੜ ਰਹੇ ਸੀਗੇ। ਇਸ ਲਈ ਕਿਸਾਨੀ ਅੰਦੋਲਨ ਤਾਂ ਉਹ ਆਪਣੀ ਜ਼ਮੀਨ ਲਈ ਲੜ ਰਹੇ ਆ, ਉਹ ਆਪਣੇ ਹੱਕਾਂ ਲਈ ਲੜ ਰਹੇ ਆ, ਆਪਣੀ ਮਿਹਨਤ ਦੇ ਮੁੱਲ ਲਈ ਲੜ ਰਹੇ ਆ। ਪਰੰਤੂ ਅਸਲ ਵਿੱਚ ਆ 20 ਦਿਨਾਂ 'ਚ ਇਹ ਗੱਲ ਹੌਲੀ ਆਮ ਬੰਦੇ ਤੱਕ ਔਰ ਖਾਸ ਤੌਰ ਤੇ ਵਰੁਣ ਜੀ ਮੈਂ ਤੁਹਾਨੂੰ ਜਿਹੜੀ ਗੱਲ ਹਾਈਲਾਈਟ ਕਰਨੀ ਚਾਹੁੰਦਾ ਵੀ ਨਵੀਂ ਪੀੜ੍ਹੀ, ਨਵੇਂ ਨੌਜਵਾਨ ਜਿਹੜੇ ਸਾਡੇ ਕੋਲ ਕਾਲਜਾਂ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਹੁਣ ਪਤਾ ਲੱਗਾ। ਮੈਂ ਅੱਜ ਇੱਕ ਸਵੇਰੇ ਇੰਟਰਵਿਊ ਸੁਣ ਰਿਹਾ ਸੀ ਔਰ ਉਹ ਚੱਪਲਾਂ ਦਾ ਵਪਾਰ ਕਰਦਾ, ਦਿੱਲੀ ਦਾ ਵਪਾਰੀ ਆ, ਉਹ ਚੱਪਲਾਂ ਜਿਹੜੀਆਂ ਉਹ ਦੇਣ ਆਇਆ ਹੋਇਆ ਸੀ ਉੱਥੇ ਔਰ ਉਹ ਕਹਿੰਦਾ ਵੀ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਕਿਸਾਨ ਦੀ ਫਸਲ ਦਾ ਮੁੱਲ ਔਰ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਸਰਕਾਰ ਡਿਸਾਈਡ ਕਰਦੀ ਆ। ਔਰ ਉਹ ਬੰਦਾ ਲਗਭਗ 50-55 ਸਾਲ ਦੀ ਉਹਦੀ ਉਮਰ ਸੀ। ਜੇ ਦਿੱਲੀ ਦੇ ਇੱਕ ਵਪਾਰੀ ਨੂੰ ਇਹ ਨਹੀਂ ਪਤਾ ਵੀ ਉਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਕਿਸਾਨ ਦੀ ਪ੍ਰੋਡਕਸ਼ਨ ਜਿਹੜੀ ਆ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਸਰਕਾਰ ਡਿਸਾਈਡ ਕਰਦੀ ਆ ਤੇ ਆਮ ਬੱਚੇ ਨੂੰ ਕੀ ਪਤਾ ਹੋਏਗਾ ਜਿਹਨੂੰ ਜਿਹੜਾ ਰੋਟੀ ਖਾਂਦਾ, ਜਿਹੜਾ ਕਿਸਾਨੀ ਦੀਆਂ ਹੋਰ ਪ੍ਰੋਡਕਸ਼ਨ ਫਲ ਫਰੂਟ ਖਾਂਦਾ ਆ, ਉਹਨੂੰ ਵੀ ਨਹੀਂ ਪਤਾ ਹੋਏਗਾ ਇਹ। ਦੂਸਰੀ ਗੱਲ ਵੀ ਤੁਸੀਂ ਜਿਹੜਾ ਆ ਉਹ ਜ਼ਖੀਰੇਬਾਜ਼ੀ ਨੂੰ ਇਸ ਕਾਨੂੰਨ 'ਚ ਜਿਹੜਾ ਆ ਉਹ ਉਤਸ਼ਾਹਿਤ ਕਰਨ ਨੂੰ
ਸੱਦਾ ਦੇ ਰਹੇ ਆ, ਉਹਨੂੰ ਜ਼ਰੂਰੀ ਕਮਿਊਨਿਟੀਜ਼ ਦੇ ਜਿਹੜਾ ਆ ਉਹ ਖੇਤਰ ਚੋਂ ਕੱਢ ਕੇ ਤੁਸੀਂ ਜਿੰਨੀ ਮਰਜ਼ੀ ਜਿੱਥੇ ਮਰਜ਼ੀ ਸਟੋਰੇਜ ਦਾ ਜਿਹੜਾ ਆ ਉਹ ਸੱਦਾ ਦੇ ਰਹੇ ਆ। ਇਸ ਤਰ੍ਹਾਂ ਦੀਆਂ ਗੱਲਾਂ ਕਿਸਾਨੀ ਅੰਦੋਲਨ ਨੂੰ ਠੀਕ ਸਾਬਤ ਕਰਨ ਵੱਲ ਵੱਧ ਰਹੀਆਂ ਆ ਔਰ ਵਧੀਆਂ ਹੋਈਆਂ ਆ। ਮੈਂ ਕਹਿਣਾ ਇਹ ਚਾਹੁੰਦਾ ਵੀ ਇੱਕ ਸਾਹਿਤਕਾਰ ਵਜੋਂ ਮੈਂ ਬੇਸ਼ੱਕ ਇੱਕ ਲਿਟਰੇਚਰ ਦਾ ਵਿਦਿਆਰਥੀ ਹੋਣ ਦੇ ਨਾਤੇ, ਆਪ ਜਿਹੜਾ ਉਹ ਲਿਖਣ ਦੇ ਨਾਤੇ, ਔਰ ਮੈਂ ਸਮਝਦਾ ਹਾਂ ਵੀ ਸਾਹਿਤਕਾਰ ਹੀ ਨਹੀਂ, ਇੱਥੇ ਸਪੋਰਟਸ ਵਾਲੇ, ਇੱਥੇ ਇੰਡਸਟਰੀਅਲਿਸਟ, ਇੱਥੇ ਵਿਦਿਆਰਥੀ ਯੂਨੀਅਨਾਂ, ਅਕੈਡਮੀਸ਼ੀਅਨ, ਚਿੰਤਕ ਸਾਰੇ ਦੇ ਸਾਰੇ, ਉਹ ਸਾਰੇ ਲੋਕ ਇਸ ਅੰਦੋਲਨ ਦੇ ਕਿਤੇ ਨਾ ਕਿਤੇ ਉਸ ਮਾਦੇ ਨੂੰ ਸਮਝਣ ਵਿੱਚ ਕੇਂਦਰਿਤ ਹੋ ਰਹੇ ਆ ਵੀ ਅਸਲ ਵਿੱਚ ਇਹ ਅੰਦੋਲਨ ਕਿਸਾਨ ਅੰਦੋਲਨ ਹੀ ਨਹੀਂ ਗਾ, ਅਸਲ 'ਚ ਇਹ ਟੋਟਲ ਸੁਸਾਇਟੀ ਨੂੰ ਪ੍ਰਭਾਵਿਤ ਕਰਨ ਵਾਲਾ ਅਸਲ 'ਚ ਅੰਦੋਲਨ ਹੈ। ਇਹ ਮੁੱਦਾ ਸਿਰਫ ਇਕੱਲੇ ਕਿਸਾਨਾਂ ਦਾ ਨਾ ਰਹਿ ਕੇ, ਔਰ ਅਗਲੀ ਗੱਲ ਇਹ ਇੱਥੇ ਸਮਝਣ ਦੀ ਆ ਵੀ ਪੰਜਾਬ ਤੋਂ ਇਹ ਗੱਲ ਸ਼ੁਰੂ ਹੋਈ, ਵਿਰੋਧ ਪੰਜਾਬ ਤੋਂ ਸ਼ੁਰੂ ਹੋਏ, ਹੌਲੀ ਹੌਲੀ ਹਿੰਦੁਸਤਾਨ ਦੇ ਬਾਕੀ ਸੂਬਿਆਂ 'ਚ, ਗੁਆਂਢੀ ਸੂਬਿਆਂ 'ਚ, ਹਰਿਆਣਾ ਹੈ, ਰਾਜਸਥਾਨ ਹੈ, ਔਰ ਹੁਣ ਬਾਕੀ ਸੂਬਿਆਂ 'ਚ ਵੀ ਇਹ ਗੱਲ ਜਾਣੀ ਸ਼ੁਰੂ ਹੋ ਗਈ ਵੀ ਉਹਨਾਂ ਨੂੰ ਜਿਹੜੇ ਖਾਂਦੇ ਪੀਂਦੇ ਆ, ਜੇ ਉਹਨਾਂ ਨੂੰ ਪ੍ਰੋਬਲਮ ਹੈ, ਜਿਨ੍ਹਾਂ ਦੀ ਜ਼ਮੀਨ ਜਿਹੜੀ ਆ, ਫਸਲ ਜਿਹੜੀ ਆ ਅੱਜ ਤੱਕ ਵਧੀਆ ਲਗਭਗ ਜਾਣੀ 80% ਤੋਂ ਵੱਧ ਅਨਾਜ ਅਸੀਂ ਪੈਦਾ ਕਰਕੇ ਦਿੰਦੇ ਰਹੇ ਹਾਂ, ਜੇ ਉਹਨਾਂ ਨੂੰ ਪ੍ਰੋਬਲਮ ਹੈ ਤੇ ਵਾਕਈ ਪ੍ਰੋਬਲਮ ਹੋਣੀ ਆ। ਔਰ ਬਾਕੀ ਮੁਲਕ 'ਚ ਤਾਂ ਪਹਿਲਾਂ ਹੀ ਸਿਚੁਏਸ਼ਨ ਜਿਹੜੀ ਆ ਉਹ ਟਫ ਹੈ। ਔਰ ਉੱਥੇ ਟਫ ਕਿਉਂ ਆ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਗਾ। ਇੱਕ ਬਹੁਤ ਸੋਹਣੀ ਇੱਕ ਹੋਰ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਬਿਹਾਰ ਤੋਂ ਆਇਆ ਹੋਇਆ ਬੰਦਾ ਸੀ, ਇੱਥੇ ਕੰਮ ਕਰਦਾ ਸੀ, ਕਹਿੰਦਾ ਜ਼ਮੀਨ ਤਾਂ ਸਾਡੇ ਕੋਲ ਵੀ ਹੈਗੀ ਆ, ਪਰੰਤੂ ਕਿਉਂਕਿ ਉੱਥੇ ਸਿਸਟਮ 2006 ਤੋਂ ਬਿਹਾਰ ਵਿੱਚ ਜਿਹੜਾ ਆ ਉਹ ਮਿਨੀਮਮ ਸਪੋਰਟ ਪ੍ਰਾਈਸ ਦਾ ਮੰਡੀਆਂ ਦਾ ਸਿਸਟਮ ਨਹੀਂ ਰਿਹਾ, ਔਰ ਉਸ 6 ਏਕੜ ਜ਼ਮੀਨ 'ਚ ਕੁਛ ਨਹੀਂ ਹੁੰਦਾ। ਮੈਂ ਤਾਂ ਆ ਕੇ ਪੰਜਾਬ 'ਚ ਮਿਹਨਤ ਮਜ਼ਦੂਰੀ ਕਰਦਾ, ਔਰ ਮੈਂ ਇੱਥੋਂ ਪੈਸਾ ਕਮਾ ਲੈਂਦਾ ਆ ਕਿਉਂਕਿ ਇੱਥੇ ਅਜੇ ਉਹ ਸਿਸਟਮ ਲਾਗੂ ਆ। ਇਸ ਲਈ ਇਹ ਅੰਦੋਲਨ ਸਿਰਫ ਪੰਜਾਬ ਲਈ ਹੀ ਨਹੀਂ, ਮੈਨੂੰ ਲੱਗਦਾ ਹਿੰਦੁਸਤਾਨ ਦੀ ਬਾਕੀ ਆਵਾਮ ਲਈ ਵੀ, ਬਾਕੀ ਕਿਸਾਨੀ ਲਈ ਵੀ ਨਵੀਂ ਆਧਾਰ ਪੌਂ ਪੈਦਾ ਕਰੇਗਾ, ਜਿਹਦੇ ਵਿੱਚ ਸਾਰੇ ਹਿੰਦੁਸਤਾਨ ਦੀ ਜ਼ਮੀਨ ਮੁੜ ਕੇ ਪੈਦਾਵਾਰ ਤੇ ਠੀਕ ਉਹਦੀ ਪੈਦਾਵਾਰ ਦਾ ਮੁੱਲ ਲੈਣ ਲਈ ਜਿਹੜੀ ਆ ਉਹ ਫੇਰ ਹਾਲਾਤ ਪੈਦਾ ਹੋ ਜਾਣਗੇ। ਮੈਨੂੰ ਇਸ ਅੰਦੋਲਨ ਦੀ ਜਾਣੀ ਇਹ ਚਿਣਗ ਦਿਖਾਈ ਦਿੰਦੀ ਆ ਵੀ ਲੋਕਾਂ ਵਿੱਚ ਇੱਕ ਨਵੀਂ ਚੇਤਨਾ ਪੈਦਾ ਹੋਏਗੀ, ਔਰ ਸਰਕਾਰ ਵੀ ਸਮਝੇਗੀ ਵੀ ਜੇ ਇੰਨੀ ਪ੍ਰੋਡਕਸ਼ਨ ਪੈਦਾ ਹੋ ਰਹੀ ਆ ਸਾਡੇ ਕੋਲ, ਅਸੀਂ ਉਹਨੂੰ ਪ੍ਰੋਡਕਸ਼ਨ ਨੂੰ ਕਿਸੇ ਜਿਹੜਾ ਆ ਉਹ ਇੱਕ ਪਰਿਵਾਰ ਜਾਂ ਕਿਸੇ ਇੱਕ ਪੂੰਜੀਪਤੀ ਦੇ ਹਵਾਲੇ ਕਰਨ ਦੀ ਬਜਾਏ ਅਸੀਂ ਉਸ ਪ੍ਰੋਡਕਸ਼ਨ ਦੇ ਬੇਸ ਤੇ ਦੁਨੀਆ ਵਿੱਚ ਆਪਣਾ ਨਾਮ ਬਣਾ ਸਕਦੇ ਹਾਂ। ਬਸ ਇੱਕ ਸਿਸਟਮ ਕ੍ਰੀਏਟ ਕਰਨ ਦੀ ਲੋੜ ਹੈ। ਇਸ ਲਈ ਸਰਕਾਰਾਂ ਵੀ ਵੱਡੇ ਦਿਲ ਗੁਰਦੇ ਨਾਲ, ਵੱਡੇ ਦਾਈਏ ਨਾਲ ਚੱਲਣ, ਔਰ ਕਿਸਾਨ ਵੀ ਜਿਹੜੇ ਆ ਔਰ ਇਸ ਅੰਦੋਲਨ, ਇਸ ਸੱਚ ਤੇ ਜਿਹੜਾ ਆ ਸ਼ਾਂਤੀਪੂਰਨ ਆਪਣੀ ਗੱਲ ਰੱਖਣ, ਤੇ ਮੇਰਾ ਖਿਆਲ ਹੈ ਹਾਲਾਤ ਅੱਛੇ ਸਾਹਮਣੇ ਆ ਸਕਦੇ ਆ। ਔਰ ਮੈਨੂੰ ਬਹੁਤ ਉਮੀਦ ਹੈ ਵੀ ਛੇਤੀ ਇਹ ਮਸਲਾ ਹੱਲ ਹੋਏਗਾ ਔਰ ਕਿਸਾਨਾਂ ਦੀ ਗੱਲ ਸੁਣੀ ਜਾਏਗੀ। ਔਰ ਮੇਰੀ ਇੱਛਾ ਵੀ ਆ ਔਰ ਮੇਰੀ ਜਿਹੜੀ ਆ ਉਹ ਭਾਵਨਾ ਵੀ ਇਹੀ ਆ ਵੀ ਇਹ ਮਿਹਨਤਕਸ਼ ਜਿਹੜੇ ਲੋਕ ਹੈ, ਅਸਲ 'ਚ ਦੁਨੀਆ ਇਹਨਾਂ ਕਰਮੀਆਂ ਦੇ ਸਿਰ ਤੇ ਖੜੀ ਹੁੰਦੀ ਆ, ਔਰ ਇਸ ਕਰਮ ਦਾ ਮੁੱਲ ਪੈਣਾ, ਇਸ ਕਰਮ ਨੂੰ ਜਿਹੜਾ ਆ ਉਹ ਮਾਨਤਾ ਮਿਲਣੀ ਸਰਕਾਰੀ ਦਰਬਾਰੇ ਉਹ ਜ਼ਰੂਰੀ ਹੈ। ਅਮਰਿੰਦਰ ਜੌਲ ਜੀ, ਇਹ ਹੱਲੇ ਵੀ ਕੁਝ ਲੋਕ ਹਨ ਜੋ ਇਸ ਅੰਦੋਲਨ ਦਾ ਵਿਰੋਧ ਪ੍ਰਗਟਾ ਰਹੇ ਨੇ, ਅੰਦੋਲਨ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਵਿਰੋਧ ਵਿੱਚ ਬੋਲ ਰਹੇ ਨੇ, ਉਹਨਾਂ ਲੋਕਾਂ ਦੀ ਤੁਸੀਂ ਕੀ ਮਾਨਸਿਕਤਾ ਸਮਝਦੇ ਹੋ? ਨਹੀਂ ਦੇਖੋ, ਕਿਸਾਨਾਂ ਦੇ ਅੰਦੋਲਨ ਦੇ ਵਿਰੋਧ ਵਿੱਚ ਨਹੀਂ ਮੈਨੂੰ ਲੋਕ ਦਿਖਾਈ ਦੇ ਰਹੇ। ਅਸਲ 'ਚ ਗੱਲ ਕੁਛ ਆਪਾਂ ਨੂੰ ਉਹਨਾਂ ਦੀ ਵੀ ਸੀਮਾ ਸਮਝਣੀ ਚਾਹੀਦੀ ਹੈ। ਜੇ ਕੁਛ ਏਦਾਂ ਦੇ ਆਨਸਰ ਜਾਂ ਇਸ ਤਰ੍ਹਾਂ ਦੇ ਲੋਕ ਹੈਗੇ ਆ, ਉਹ ਆਪਣੀ ਕਿਸੇ ਹੋਰ ਪ੍ਰਤੀ ਵਫਾਦਾਰੀ ਨਿਭਾਉਣ ਦਾ ਯਤਨ ਕਰ ਰਹੇ ਹੋ ਸਕਦੇ ਆ, ਤੇ ਉਹ ਉਹਨਾਂ ਨੂੰ ਲੱਗਦਾ ਹੋਏਗਾ ਵੀ ਅਸੀਂ ਕਿਸਾਨਾਂ ਦੇ ਅੰਦੋਲਨ ਦਾ ਵਿਰੋਧ ਕਰਾਂਗੇ ਤੇ ਸਾਡੀ ਕਿਤੇ ਹੋਰ ਵਫਾਦਾਰੀ ਜਿਹੜੀ ਆ ਉਹ ਸਾਬਤ ਹੋ ਜਾਏਗੀ। ਪਰੰਤੂ ਇਸ ਤਰ੍ਹਾਂ ਦੀ ਜਿਹੜੀ ਸਮਝ ਹੈ ਉਹਨੂੰ ਬਹੁਤਾ ਹਾਈਲਾਈਟ ਕਰਨ ਦੀ ਲੋੜ ਨਹੀਂ ਹੁੰਦੀ। ਉਹ ਏਦਾਂ ਦੀ ਮਾਨਸਿਕਤਾ ਵਾਲੇ ਲੋਕ ਵਿਚਾਰੇ ਉਹ ਆਪਣਾ ਰੋਟੀਆਂ ਸੇਕਦੇ ਆ, ਉਹ ਆਪਣੀ ਗੱਲ ਕਰਦੇ ਆ, ਠੀਕ ਹੈ। ਉਹਨਾਂ ਦਾ ਸਬਜੈਕਟ ਬਹੁਤਾ ਨਹੀਂ ਹੁੰਦਾ। ਏਦਾਂ ਹਮੇਸ਼ਾ ਹੀ ਜਾਨੀ ਸਾਰੀ ਸੁਸਾਇਟੀ ਦੀ ਸਮਝ ਵਰੁਣ ਜੀ ਇੱਕ ਲੈਵਲ ਤੇ ਨਹੀਂ ਹੋ ਸਕਦੀ ਹੁੰਦੀ, ਠੀਕ ਹੈ। ਉਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਆਪਣਾ ਫਾਇਦਾ ਦੇਖਦੇ ਹੋਣਗੇ, ਕੋਈ ਥੋੜਾ ਚਿਰ ਫਾਇਦਾ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੋਵੇਗਾ ਉਸ ਗੱਲ 'ਚ, ਪਰੰਤੂ ਅਲਟੀਮੇਟ ਜਦੋਂ ਉਹ ਵੀ ਸਮਝਣਗੇ ਵੀ ਨਹੀਂ ਅਸਲ 'ਚ ਇਹ ਸਮੁੱਚੀ ਲੁਕਾਈ ਦਾ ਮਸਲਾ ਆ, ਸਮੁੱਚੀ ਪ੍ਰੋਡਕਸ਼ਨ ਦਾ ਮਸਲਾ ਆ। ਜਿੰਨੀ ਫਸਲ ਪੰਜਾਬ, ਯੂਪੀ, ਮੱਧ ਪ੍ਰਦੇਸ਼ 'ਚ ਪੈਦਾ ਹੋਣੀ ਆ, ਉਸ ਫਸਲ ਨੂੰ ਜੇ ਅੱਛੀ ਤਰ੍ਹਾਂ ਸਾਂਭਿਆ ਜਾਏਗਾ, ਸਰਕਾਰੀ ਪੱਧਰ ਤੇ ਸਾਂਭਿਆ ਜਾਏਗਾ, ਔਰ ਉਹ ਫਸਲ ਪੈਦਾ ਕਰਨ ਵਾਲੇ ਦੇ ਰੂਹ ਨੂੰ ਜਦੋਂ ਖੇੜਾ ਮਿਲਣਾ ਆ,
ਔਰ ਉਹ ਹੋਰ ਅਗਲੇ ਸਾਲ ਫਸਲ ਪੈਦਾ ਕਰੇਗਾ ਔਰ ਪ੍ਰੋਡਕਸ਼ਨ ਜੇ ਮੁਲਕ ਦੀ ਵਧੇਗੀ ਤਾਂ ਡੈਫੀਨੇਟਲੀ ਮੁਲਕ ਦਾ ਜਿਹੜਾ ਆ ਮਾਣ ਮਰਿਆਦਾ ਵੀ ਵਧੇਗੀ, ਡੈਫੀਨੇਟਲੀ ਮੁਲਕ ਦੀ ਜਿਹੜੀ ਆ ਉਹ ਕ੍ਰੈਡੀਬਿਲਿਟੀ ਇੰਟਰਨੈਸ਼ਨਲ ਪੱਧਰ ਤੇ ਜ਼ਿਆਦਾ ਹੋਏਗੀ। ਇਸ ਲਈ ਸਾਨੂੰ ਆਪਣੀਆਂ ਜਿਹੜੀਆਂ ਆ ਉਹ ਛੋਟੀਆਂ ਥੋੜ੍ਹੀਆਂ ਛੋਟੇ ਖੇਤਰਾਂ ਦੀਆਂ ਪੋਲੀਟੀਕਲ ਜਿਹੜੀਆਂ ਆ ਉਹ ਅਲਾਈਨਮੈਂਟਸ ਨੂੰ ਜਾਂ ਪ੍ਰਾਇਓਰਿਟੀਜ਼ ਨੂੰ ਛੱਡ ਕੇ ਜੇ ਮੁਲਕ ਬਾਰੇ ਸੋਚਣਾ ਆ ਤੇ ਸਾਨੂੰ ਆਪਣੀ ਜਿੱਥੋਂ ਪ੍ਰੋਡਕਸ਼ਨ ਪੈਦਾ ਹੋ ਰਹੀ ਆ ਉਸ ਪ੍ਰੋਡਕਸ਼ਨ ਨੂੰ ਸਾਂਭਣ ਵਾਲੇ ਕਾਨੂੰਨਾਂ ਨੂੰ ਜਿਹੜਾ ਆ ਉਹ ਮਾਨਤਾ ਦੇਣੀ ਚਾਹੀਦੀ ਆ। ਔਰ ਇਹ ਕਿਸਾਨੀ ਦੀ ਇਸ ਵੇਲੇ ਇਹੀ ਡਿਮਾਂਡ ਮੈਨੂੰ ਤਾਂ ਸਮਝ ਲੱਗਦੀ ਆ ਜੀ। ਤੇ ਤੁਹਾਡੇ ਵੱਲੋਂ ਕੋਈ ਸੰਦੇਸ਼ ਜਾਂਦੇ ਜਾਂਦੇ ਸਾਡੇ ਚੈਨਲ ਵੱਲੋਂ ਸਾਡੇ ਸੁਣਨ ਵਾਲਿਆਂ ਦੇ ਲਈ? ਦੇਖੋ ਜੀ, ਤੁਸੀਂ ਲੋਕ ਚੇਤਨਾ ਪੈਦਾ ਕਰਨ ਲਈ ਜੋ ਤੁਸੀਂ ਕੰਮ ਕੀਤਾ ਹੋਇਆ, ਇਹ ਲੋਕ ਚੇਤਨਾ ਡੈਫੀਨੇਟਲੀ ਤੁਹਾਡਾ ਚੈਨਲ ਮਾਧਿਅਮ ਬਣੇਗਾ ਔਰ ਮੈਂ ਮੁਬਾਰਕਬਾਦ ਦਿੰਦਾ ਵਰੁਣ ਜੀ ਤੁਹਾਨੂੰ ਵੀ ਇਸ ਤਰ੍ਹਾਂ ਦੀ ਜਿਹੜਾ ਆ ਡਾਇਲੋਗ ਨੂੰ ਤੁਸੀਂ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਔਰ ਮੈਨੂੰ ਵੀ ਮੌਕਾ ਦਿੱਤਾ ਵੀ ਤੁਸੀਂ ਮੈਂ ਆਪਣੀ ਗੱਲ ਰੱਖ ਸਕਾਂ। ਅਸਲ 'ਚ ਗੱਲ ਇਹ ਆ ਵੀ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਇਸ ਐਂਗਲ ਤੋਂ ਸਮਝਣ ਦੀ ਲੋੜ ਹੈ ਵੀ ਜੇ ਬਹੁਤ ਹੀ ਸਪਾਟ ਸ਼ਬਦਾਂ 'ਚ ਮੈਂ ਕਹਾਂ ਵੀ ਫਾਇਦਾ ਜਿਹੜਾ ਆ ਉਹ ਨਿੱਜੀ ਫਾਇਦਿਆਂ ਦਾ ਮਸਲਾ ਨਹੀਂ, ਮਸਲਾ ਮੁਲਕ ਦੇ ਫਾਇਦਿਆਂ ਦਾ, ਮਸਲਾ ਕਿਸਾਨੀ ਦਾ ਨਹੀਂ ਗਾ, ਮਸਲਾ ਮੁਲਕ ਦੀ ਪ੍ਰੋਡਕਸ਼ਨ ਦਾ ਆ। ਜਿਸ ਧਰਤੀ 'ਚ ਮੈਂ ਪੈਦਾ ਹੋਇਆ, ਜਿਸ ਕਿਸਾਨੀ ਦੇ ਪਰਿਵਾਰ 'ਚ ਜਾਂ ਜਿਸ ਮਾਹੌਲ 'ਚ ਮੈਂ ਪੈਦਾ ਹੋਇਆ, ਉਸ ਥਾਂ ਦੀ ਪਛਾਣ ਹੈ ਵੀ ਉੱਥੇ ਉਪਜਾਊ ਫਸਲ ਹੁੰਦੀ ਆ ਤੇ ਉਸ ਉਪਜਾਊ ਫਸਲ ਨੂੰ ਜੇ ਪੈਦਾਵਾਰ ਤੱਕ ਪਹੁੰਚਦੇ ਆ, ਦਾਣੇ ਬਣਦੇ ਆ, ਉਸ ਦਾਣੇ ਦਾ ਮੁੱਲ ਨਹੀਂ ਪੈਣਾ, ਉਹਦੀ ਕਦਰ ਨਹੀਂ ਪੈਣੀ ਤਾਂ ਫਿਰ ਉਸ ਦਾਣੇ ਤੇ ਮਿਹਨਤ ਕਰਨ ਵਾਲੇ ਦੀ ਮਾਨਸਿਕਤਾ ਤੇ ਕੀ ਅਸਰ ਹੋਣਾ ਆ, ਇਹ ਸਾਨੂੰ ਵੀ ਸਰਕਾਰਾਂ ਨੂੰ ਵੀ ਔਰ ਦੁਨੀਆ ਨੂੰ ਵੀ ਸਮਝਣ ਦੀ ਲੋੜ ਹੈ। ਇਸ ਲਈ ਸੁਨਹਿਰੀ ਕਣਕ ਜਿਹੜੀ ਆ ਉਹ ਸਿਰਫ ਫਿਲਮਾਂ 'ਚ ਜਿਹੜਾ ਆ ਉਹ ਸੁਨਹਿਰੀ ਕਣਕ ਦੇ ਬੱਲੀਆਂ ਜਾਂ ਛੱਟਿਆਂ ਨੂੰ ਦੇਖ ਦੇਖ ਕੇ ਖੁਸ਼ ਹੋਣ ਵਾਲੀ ਆਵਾਮ ਨੂੰ ਅਸਲ 'ਚ ਉਹਨਾਂ ਦਾਣਿਆਂ ਦੀ ਰੂਹ ਜਿਹੜੀ ਆ, ਉਹਨਾਂ ਦਾਣਿਆਂ ਦੇ ਅਰਥ ਜਿਹੜੇ ਆ ਉਹ ਰੋਟੀ ਦੇ ਅਰਥਾਂ 'ਚ ਹੀ ਸਮਝਣ ਦੀ ਲੋੜ ਨਹੀਂ। ਅਸਲ 'ਚ ਮਿਹਨਤ ਉਹਦੇ ਪਿੱਛੇ ਜਿਹੜਾ ਕੰਮ ਕਰਦੀ ਆ ਉਹਨੂੰ ਨਤਮਸਤਕ ਹੋਣ ਦੀ ਆ, ਸਰਕਾਰਾਂ ਨੂੰ ਵੀ ਲੋਕਾਂ ਨੂੰ ਵੀ। ਜੇ ਇਸ ਤਰ੍ਹਾਂ ਹੋਏਗਾ ਤੇ ਡੈਫੀਨੇਟਲੀ ਇਹ ਕਿਸਾਨੀ ਅੰਦੋਲਨ ਲੋਕਾਂ ਦੀ ਜ਼ੁਬਾਨ ਤੇ ਵੀ ਹੋਏਗਾ, ਲੋਕਾਂ ਦੇ ਦਿਲ 'ਚ ਵੀ ਵਸੇਗਾ ਔਰ ਦੁਨੀਆ ਭਰ 'ਚ ਇਸ ਕਿਸਾਨੀ ਅੰਦੋਲਨ ਦੀ ਇਹ ਜਿਹੜੀ ਮਾਨਤਾ ਹੋ ਰਹੀ ਆ, ਮੈਂ ਸਮਝਦਾ ਆ ਤੇ ਲੋਕ ਅਸਲ 'ਚ ਮਿਹਨਤ ਨੂੰ ਸਲਾਮ ਕਰਨ ਨਿਕਲ ਤੁਰੇ ਆ ਔਰ ਇਸ ਮਿਹਨਤ ਨੂੰ ਸਲਾਮ ਲਈ ਕਿਸਾਨੀ ਅੰਦੋਲਨ ਨੇ ਇੱਕ ਵਾਰੀ ਮਾਹੌਲ ਪੈਦਾ ਕੀਤਾ। ਇਸ ਗੱਲ ਦੀ ਖੁਸ਼ੀ ਆ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਆਪਣੇ ਇੰਨੇ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ। ਤੁਹਾਡਾ ਬਹੁਤ ਬਹੁਤ ਉਮਿੰਦਰ ਸਿੰਘ ਜੌਲ ਜੀ ਧੰਨਵਾਦ। ਥੈਂਕ ਯੂ ਵਰਨ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਉਮੀਦ ਹੈ ਤੁਸੀਂ ਇਹ ਲੋਕ ਹਿੱਤ ਦੇ ਕੰਮ ਜਿਹੜੇ ਆ ਇਸ ਤਰ੍ਹਾਂ ਕਰਦੇ ਰਹੋਗੇ ਔਰ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ। ਜੀ ਬਹੁਤ ਸ਼ੁਕਰੀਆ, ਥੈਂਕ ਯੂ, ਮਿਹਰਬਾਨੀ ਜੀ। ਪੰਜਾਬ ਮੇਲ USA TV ਚੈਨਲ ਤੇ ਅਸੀਂ ਹੁਣ ਗੱਲਬਾਤ ਕੀਤੀ ਹੈ ਉਮਿੰਦਰ ਸਿੰਘ ਜੌਲ ਹੁਣਾਂ ਦੇ ਨਾਲ ਔਰ ਉਹਨਾਂ ਨੇ ਕਾਫੀ ਖੁੱਲੀਆਂ ਤੇ ਸਪਸ਼ਟ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦਾ ਇੱਕ ਇੱਕ ਵਿਚਾਰ ਇੱਦਾਂ ਲੱਗ ਰਿਹਾ ਸੀਗਾ ਕਿ ਲੋਕ ਹਿੱਤ ਦੀ ਆਵਾਜ਼ ਹੈ, ਆਮ ਜਨਤਾ ਦੀ ਆਵਾਜ਼ ਹੈ ਔਰ ਤੁਹਾਡੀ ਆਵਾਜ਼ ਅਸੀਂ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਰਹਾਂਗੇ ਔਰ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਜਿਹੜਾ ਸਾਥ ਹੈ ਇਸੇ ਤਰੀਕੇ ਦੇ ਨਾਲ ਨਿਭਾਉਂਦੇ ਰਹਾਂਗੇ। ਫਿਲਹਾਲ ਮੈਨੂੰ ਵਰੁਣ ਕੌਰ ਮਾਨ ਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਸਤਿ ਸ਼੍ਰੀ ਅਕਾਲ।